ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ। ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਦੇ ਵਿੱਚ। ਜਿਵੇਂ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਖਬਰਾਂ ਦੇ ਵਿੱਚ ਦੱਸ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਈ ਹੈ, ਨਾਲ ਕੁਲਜੀਤ ਨਾਗਰਾ ਅਤੇ ਪ੍ਰਗਟ ਸਿੰਘ ਵੀ ਮੌਜੂਦ ਰਹੇ ਨੇ, ਤੇ ਕਿਵੇਂ ਜਿਹੜਾ ਮੰਤਰੀਆਂ ਨੂੰ ਕਾਂਗਰਸ ਭਵਨ ਦੇ ਵਿੱਚ ਬੈਠ ਕੇ ਲੋਕਾਂ ਦੇ ਕੰਮ ਕਰਨ ਦੀ ਨਸੀਹਤ ਜਿਹੜੀ ਦਿੱਤੀ ਗਈ ਹੈ, ਹੁਕਮ ਦਿੱਤੇ ਗਏ ਨੇ ਕਿ ਤੁਸੀਂ ਉੱਥੇ ਬੈਠ ਕੇ ਕੰਮਕਾਜ ਕਰਨਾ। ਤੇ ਨਾਲ ਹੀ ਨਾਲ 10 ਮੈਂਬਰੀ ਇੱਕ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਹੜੀ ਸਰਕਾਰ ਅਤੇ ਪੰਜਾਬ ਕਾਂਗਰਸ ਦੀ ਜਿਹੜੀ ਪਾਰਟੀ ਹੈ ਉਹਦੇ ਵਿਚਕਾਰ ਜਿਹੜਾ ਇੱਕ ਤਾਲਮੇਲ ਤੈਅ ਕਰੇਗੀ। ਯਾਨੀ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਦੂਰੀਆਂ ਦੇ ਕਾਰਨ ਜੋ ਆਪਸੀ ਤਾਲਮੇਲ ਨਹੀਂ ਬਣ ਸਕਿਆ, ਉਹਨੂੰ ਹੁਣ ਆਪਸੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਦੇ ਲਈ ਇੱਕ ਕਮੇਟੀ ਜਿਹੜੀ ਕੰਮ ਕਰੇਗੀ। ਇਹਦੇ ਵਿੱਚ ਖੁਦ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਨੇ। ਹੋਰ ਕੌਣ ਨੇ ਇਹ ਵੀ ਤੁਹਾਨੂੰ ਦੱਸਾਂਗੇ, ਪਰ ਸਵਾਲ ਖੜੇ ਇਹ ਹੁੰਦੇ ਨੇ ਕਿ ਇਹ ਤਾਲਮੇਲ ਕਮੇਟੀ ਜਿਹੜੀ ਹੈ ਇਹ ਦੋਵਾਂ ਜਣਿਆਂ ਨੂੰ ਇਕੱਠਿਆਂ ਤੋੜਨ ਦੇ ਵਿੱਚ ਕਾਮਯਾਬ ਹੋ ਪਾਏਗੀ ਜਾਂ ਫਿਰ ਇੱਕ ਮਹਿਜ ਇੱਕ ਜਿਹੜੀ ਹੈ ਕੋਸ਼ਿਸ਼ ਦੇ ਰੂਪ ਵਜੋਂ ਹੀ ਬਣ ਕੇ ਰਹਿ ਜਾਏਗੀ। ਤਾਂ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਸੁਝਾਅ ਦਿੱਤਾ ਗਿਆ ਸੀ, ਪ੍ਰਪੋਜ਼ਲ ਰੱਖਿਆ ਗਿਆ ਸੀ, ਹਾਲਾਂਕਿ ਉਹ ਪ੍ਰਪੋਜ਼ਲ ਬਹੁਤ ਵਧੀਆ ਹੈ ਆਮ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਇਸੇ ਕਰਕੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਉਹਨੂੰ ਠੁਕਰਾ ਨਹੀਂ ਸਕੇ। ਮਜਬੂਰੀ ਦੇ ਬਸ ਉਸ ਪ੍ਰਪੋਜ਼ਲ ਨੂੰ ਮੰਨਣਾ ਪਿਆ ਤੇ ਆਪਣੇ ਮੰਤਰੀਆਂ ਨੂੰ ਕਹਿਣਾ ਪਿਆ ਕਿ ਤੁਸੀਂ ਕਾਂਗਰਸ ਭਵਨ ਦੇ ਵਿੱਚ ਬੈਠ ਕੇ ਕੰਮ ਕਰੋ। ਤਾਂ ਇਹਦਾ ਮਤਲਬ ਇਹ ਹੋਇਆ ਕਿ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਪਕੜ ਜਿੱਥੇ ਪੰਜਾਬ ਕਾਂਗਰਸ ਦੇ ਉੱਪਰ ਬਣ ਗਈ ਹੈ, ਹਾਈ ਕਮਾਂਡ ਦੇ ਉੱਪਰ ਬਣ ਗਈ ਹੈ, ਤਾਂ ਉੱਥੇ ਹੀ ਹੁਣ ਸਰਕਾਰ ਦੇ ਉੱਪਰ ਵੀ ਜਿਹੜੀ ਪਕੜ ਨਵਜੋਤ ਸਿੰਘ ਸਿੱਧੂ ਦੀ ਹੋਵੇਗੀ ਜੇਕਰ ਮੰਤਰੀ ਕਾਂਗਰਸ ਭਵਨ ਦੇ ਵਿੱਚ ਬੈਠਦੇ ਨੇ। ਜੇਕਰ ਤਾਂ ਆਪਾਂ ਕਹਿ ਨਹੀਂ ਸਕਦੇ ਫੈਸਲਾ ਹੋ ਗਿਆ ਕਿ ਉੱਥੇ ਬੈਠਣਗੇ, ਯਾਨੀ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਹੁਣ ਸਰਕਾਰ ਵੀ ਨਵਜੋਤ ਸਿੰਘ ਸਿੱਧੂ ਹੀ ਚਲਾਉਣਗੇ। ਕਿ ਕੈਪਟਨ ਅਮਰਿੰਦਰ ਸਿੰਘ ਖਾਲੀ ਹੋ ਗਏ ਨੇ, ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਬੈਕਫੁੱਟ ਹੋ ਗਏ ਨੇ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਇਹ ਵੀ ਦੱਸਾਂਗੇ ਕਿ ਹਾਈ ਕਮਾਂਡ ਦਾ ਫੈਸਲਾ ਸੀ। ਇਸ ਤੇ ਵਿਸਤਾਰਪੂਰਵਕ ਚਰਚਾ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਜੀ ਕਿਵੇਂ ਦੇਖਦੇ ਹੋ, ਪਹਿਲਾਂ ਆਪਾਂ ਜਿਹੜੀ ਵਿਚਾਰ ਚਰਚਾ ਉਹ ਤੇ ਕਰੀਏ। ਜਿਹੜੀ ਤਾਲਮੇਲ ਕਮੇਟੀ ਬਣੀ ਹੈ, ਤਾਲਮੇਲ ਕਮੇਟੀ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਇੱਕ ਵਾਰੀ ਆਪਾਂ ਉਹ ਵੀ ਦੱਸਾਂਗੇ, ਤੇ ਕਿਵੇਂ ਦੇਖਦੇ ਹੋ ਕਿ ਇਹ ਤਾਲਮੇਲ ਕਮੇਟੀ ਵਾਕਈ ਤਾਲਮੇਲ ਬਿਠਾਏਗੀ ਨਾ ਆਪਸ ਦੇ ਵਿੱਚ ਦੋਵਾਂ ਲੀਡਰਾਂ ਦੇ ਤੇ ਸਰਕਾਰ ਦੇ ਤੇ ਪਾਰਟੀ ਦੇ, ਜਾਂ ਫਿਰ ਇਹ ਤਾਲਮੇਲ ਕਮੇਟੀ ਟਾਲ ਮਟੋਲ ਕਮੇਟੀ ਬਣ ਕੇ ਰਹਿ ਜੂਗੀ? ਦੇਖੋ ਸੁਖਵਿੰਦਰ ਜੀ, ਤਾਲਮੇਲ ਕਮੇਟੀ ਜਾਂ ਟਾਲ ਮਟੋਲ ਕਮੇਟੀ ਜਿਹੜੀ ਤੁਸੀਂ ਬੜਾ ਵਧੀਆ ਨਾਮ ਦਿੱਤਾ, ਇਸ ਕਮੇਟੀ ਦੀ ਅਗਰ ਗੱਲ ਕਰੀਏ, ਚਲੋ ਇਹਦਾ ਭੂਮਿਕਾ ਕੀ ਰਹੇਗੀ ਉਹ ਵੀ ਗੱਲ ਕਰਦੇ ਹਾਂ। ਪਰ ਦੇਖੋ ਕਿ ਸਮਾਂ ਕਿਸ ਤਰੀਕੇ ਨਾਲ ਅੱਜ ਬਦਲਿਆ। ਇੱਕ ਬੜਾ ਮਸ਼ਹੂਰ ਪੰਜਾਬੀ ਦਾ ਅਖਾਣ ਹੈਗਾ ਕਿ ਸਮੇਂ ਸਮੇਂ ਸਮਰੱਥ ਉਹੀ ਅਰਜਨ ਦੇ ਬਾਣ ਤੇ ਉਹੀ ਅਰਜਨ ਦੇ ਹੱਥ। ਕਿ ਇੱਕ ਸਮਾਂ ਸੀ ਕਿ ਜਦੋਂ ਇਹ ਵਾਦ-ਵਿਵਾਦ ਕੈਪਟਨ ਔਰ ਨਵਜੋਤ ਸਿੱਧੂ ਦਾ ਸ਼ੁਰੂ ਹੋਇਆ, ਔਰ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ ਗੱਲਾਂ ਕੀਤੀਆਂ ਕਿ ਪੰਜਾਬ ਕਾਂਗਰਸ ਦੇ ਜਿਹੜੇ ਦਰਵਾਜ਼ੇ ਨੇ ਉਹ ਬੰਦ ਨੇ, ਸਭ ਕੁਝ ਬੰਦ ਆ ਨਵਜੋਤ ਸਿੱਧੂ ਦੇ ਸੰਦਰਭ 'ਚ। ਤੇ ਅੱਜ ਉਹੀ ਨਵਜੋਤ ਸਿੱਧੂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਮਿਲਣਗੇ ਤੇ ਨਾਲ ਉਹ ਵਿਅਕਤੀ ਪ੍ਰਗਟ ਸਿੰਘ ਜਿਹੜੇ ਪੰਜਾਬ ਕਾਂਗਰਸ ਦੇ ਇਸ ਵੇਲੇ ਮੌਜੂਦਾ ਜਨਰਲ ਸਕੱਤਰ ਨੇ, ਤੇ ਜਦੋਂ ਉਹ ਵੀ ਨਵਜੋਤ ਸਿੱਧੂ ਦੇ ਹੱਕ ਵਿੱਚ ਬੋਲੇ, ਕੈਪਟਨ ਠੋਕਣ ਦੀ ਗੱਲ ਕਰਦੇ ਸੀ, ਜਿਨ੍ਹਾਂ ਨੂੰ ਬਿਲਕੁਲ ਜਿਹਨੂੰ ਕੈਪਟਨ ਦੇ ਸਿਪਾਹ ਸਲਾਰ ਕੈਪਟਨ ਸੰਦੀਪ ਸੰਧੂ ਵੱਲੋਂ ਠੋਕਣ ਦੀ ਗੱਲ ਕੀਤੀ ਗਈ ਔਰ ਕਿਹਾ ਗਿਆ ਕਿ ਤੇਰੀਆਂ ਫਾਈਲਾਂ ਖੋਲ ਲਈਆਂ ਗਈਆਂ। ਸਮਾਂ ਦੇਖੋ ਉਹੀ ਸਮਾਂ, ਬੰਦੇ ਵੀ ਉਹੀ ਨੇ, ਪਰ ਸਥਿਤੀਆਂ ਜਿਹੜੀਆਂ ਬਦਲ ਗਈਆਂ। ਸੋ ਜਿਹੜੇ ਸੰਦੀਪ ਸੰਧੂ ਕਹਿੰਦਾ ਸੀਗਾ ਕਿ ਤੈਨੂੰ ਠੋਕਣ ਦੀ ਗੱਲ ਕਹੀ ਹੈ, ਉਸੇ ਸੰਦੀਪ ਸੰਧੂ ਦਾ ਅਹੁਦਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਪ੍ਰਗਟ ਸਿੰਘ ਨੂੰ ਲੈ ਕੇ ਦਿੱਤਾ, ਤੇ ਉਸੇ ਸੰਦੀਪ ਸਿੰਘ ਦੇ ਹੱਥੋਂ ਹੀ ਸਾਰੇ ਜਿਹੜੀ ਕਾਰਵਾਈ ਉੱਥੇ ਪੂਰੀ ਕਰਵਾਈ। ਖੈਰ ਇਸ ਪਾਸੇ ਆਉਣੇ ਆ, ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜਾ ਇਹ ਸਮੂਹ ਬਣਿਆ, 10 ਮੈਂਬਰੀ ਸਮੂਹ ਬਣਿਆ ਦੋਵਾਂ ਦੇ ਤਾਲਮੇਲ ਬਿਠਾਉਣ ਦੇ ਲਈ, ਸਰਕਾਰ ਤੇ ਪਾਰਟੀ ਦੇ ਤਾਲਮੇਲ ਬਿਠਾਉਣ ਦੇ ਲਈ, ਉਹ ਸਮੂਹ ਇਸ ਤਰ੍ਹਾਂ ਹੈ ਕਿ ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੀ ਇਸ ਦਾ ਮੈਂਬਰ ਹੋਣਗੇ, ਮਨਪ੍ਰੀਤ ਸਿੰਘ ਬਾਦਲ ਵੀ ਮੈਂਬਰ ਹੋਣਗੇ, ਅਰੁਣਾ ਚੌਧਰੀ ਵੀ ਮੈਂਬਰ ਹੋਣਗੇ, ਨਵਜੋਤ ਸਿੰਘ ਸਿੱਧੂ ਵੀ ਮੈਂਬਰ ਹੋਣਗੇ, ਤੇ ਨਾਲ ਉਹਨਾਂ ਦੇ ਜਿਹੜੇ 4 ਕਾਰਜਕਾਰੀ ਪ੍ਰਧਾਨ ਲੱਗੇ ਹੋਏ ਨੇ, ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਣੀ, ਸੰਗਤ ਸਿੰਘ ਗਿਲਜੀਆਂ, ਪਵਨ ਗੋਇਲ, ਤੇ ਇਸ ਤੋਂ ਇਲਾਵਾ 10ਵੇਂ ਮੈਂਬਰ ਦੇ ਤੌਰ ਤੇ ਜਿਹੜੇ ਪਾਰਟੀ ਦੇ ਜਨਰਲ ਸੈਕਟਰੀ ਪ੍ਰਗਟ ਸਿੰਘ ਨੇ, ਉਹ ਵੀ ਇਸ ਤਾਲਮੇਲ ਕਮੇਟੀ ਦੇ ਵਿੱਚ ਕੰਮ ਕਰਨਗੇ। ਜੀ ਅਣਖੀ ਸਾਹਿਬ।
ਤੇ ਮੈਂ ਸੁਖਵਿੰਦਰ ਜੀ ਉਹੀ ਗੱਲ ਕਰ ਰਿਹਾ ਸਾਂ ਕਿ ਬੰਦੇ ਨੂੰ ਕਦੇ ਵੀ ਸੱਤਾ ਦਾ ਜਾਂ ਕੁਰਸੀ ਦਾ ਜਿਹੜਾ ਹੰਕਾਰ ਆ ਉਹ ਨਹੀਂ ਕਰਨਾ ਚਾਹੀਦਾ। ਇਹ ਸਾਰੀਆਂ ਸਥਿਤੀਆਂ ਅੱਜ ਸਾਹਮਣੇ ਦੂਜੀ ਉਦਾਹਰਨ ਜਿਹੜੀ ਆਪਾਂ ਕੱਲ ਦੀ ਵੀ ਦੇ ਸਕਦੇ ਹਾਂ, ਜਿਸ ਤਰੀਕੇ ਦੇ ਨਾਲ ਇੱਕ ਬੰਦਾ ਜਿਹੜੀ ਪੁਲਿਸ ਦਾ ਚੀਫ ਰਿਹਾ ਤੇ ਉਸੇ ਹੀ ਪੁਲਿਸ ਨੇ ਚੱਕ ਕੇ ਸਲਾਖਾਂ ਦੇ ਪਿੱਛੇ ਰਾਤ ਕਟਾਈ ਹੈ। ਬਿਲਕੁਲ ਬਿਲਕੁਲ। ਚਲੋ ਇਹ ਤਾਂ ਇੱਕ ਜਨਰਲ ਆਪਾਂ ਸਵਾਲ ਜਿਹੜੀ ਚਰਚਾ ਕਰਨੀ ਬਣਦੀ ਸੀ ਕਿ ਬੰਦੇ ਨੂੰ ਹਮੇਸ਼ਾ ਸਥਿਤੀਆਂ ਦੇ ਡਰ ਕੇ ਰਹਿਣਾ ਚਾਹੀਦਾ, ਪਤਾ ਨਹੀਂ ਅਗਲੇ ਪਲ ਜਿਹੜਾ ਉਹ ਕੀ ਲਿਖਿਆ। ਬਾਕੀ ਤੁਸੀਂ ਜਿਹੜਾ ਮੈਨੂੰ ਪ੍ਰਸ਼ਨ ਕੀਤਾ ਕਿ ਇਹ ਜਿਹੜਾ ਸਮੂਹ ਹੈ, ਜਿਹੜਾ 10 ਮੈਂਬਰੀ ਸਮੂਹ ਜਿਹੜਾ ਬਣਾਇਆ ਗਿਆ ਰਣਨੀਤਿਕ ਸਮੂਹ ਨੂੰ, ਜਿਸ ਦਾ ਨਾਮ ਦਿੱਤਾ ਕਿ ਟਾਲ ਮਟੋਲ ਜਾਂ ਦੂਜਾ ਤਾਲਮੇਲ ਸਮੂਹ ਜਿਹੜਾ ਹੋਏਗਾ, ਕਾਰਨ ਸੁਖਵਿੰਦਰ ਜੀ ਇਹ ਹੈ ਕਿ ਜਿਹੜੇ ਬੰਦੇ ਇਹਦੇ ਵਿੱਚ ਇਸ ਗੁਰੂ ਸਮੂਹ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਅਗਰ ਬ੍ਰਹਮ ਮਹਿੰਦਰੇ ਦੀ ਗੱਲ ਕਰੀਏ ਤਾਂ ਬ੍ਰਹਮ ਮਹਿੰਦਰਾ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੈਂਪ ਦਾ ਮੰਨਿਆ ਜਾਂਦਾ। ਪਰ ਜਦੋਂ ਕਿ ਦੂਜੇ ਜਿਹੜੇ ਅਗਰ ਵੇਖਿਆ ਜਾਵੇ ਤਾਂ ਇਸ ਸਮੂਹ ਦੇ ਵਿੱਚ ਜ਼ਿਆਦਾਤਰ ਜਿਹੜੇ ਅਰਦਾਂ ਚੌਧਰੀ ਨੇ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦੇ ਨੇ, ਪਰ ਹੋਰ ਜਿਹੜੇ ਵਿਅਕਤੀ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਨੇ। ਤਾਂ ਜੇ ਤੇ ਇਹਨਾਂ ਦਾ ਆਪਸੀ ਜਿਹੜਾ ਵਿਚਾਰਧਾਰਾ ਜਿਹੜੀ ਵਿਚਾਰ ਨੇ ਜੇ ਤਾਂ ਇੱਕ ਪਲੇਟਫਾਰਮ ਤੇ ਅਗਰ ਜੁੜ ਜਾਂਦੇ ਆ ਤਾਂ ਫਿਰ ਇਹ ਜਿਹੜਾ ਸਮੂਹ ਹੈ ਇਹ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਤਾਲਮੇਲ ਬਿਠਾਉਣ ਵਿੱਚ ਕਾਮਯਾਬ ਹੋ ਸਕਦਾ। ਪਰ ਜੇਕਰ ਇਹਨਾਂ ਦਾ ਅਗਰ ਇਸ ਦੇ ਉਲਟ ਜੇਕਰ ਇਹਨਾਂ ਦਾ ਆਪਸੀ ਸਵੈ ਹੀ ਆਪਸ ਦੇ ਵਿੱਚ ਟਕਰਾ ਜਾਂਦਾ, ਕਿਉਂਕਿ ਕਿਸੇ ਵੀ ਸੂਰਤ ਦੇ ਵਿੱਚ ਤੁਸੀਂ ਇਹ ਆਪਾਂ ਕਹਿ ਸਕਦੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਇਹ ਪਤਾ ਦੀ ਮਜਬੂਰੀ ਹੈ ਜਾਂ ਕੀ ਹੈ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਚੱਲਣ ਨੂੰ ਤਿਆਰ ਨਹੀਂ ਹੈਗੇ, ਤਾਂ ਨਾ ਹੀ ਉਹਨਾਂ ਦੇ ਜਿਹੜੇ ਕੁਝ ਮੰਤਰੀ ਨੇ, ਖਾਸ ਤੌਰ ਤੇ ਬ੍ਰਹਮ ਮਹਿੰਦਰੇ ਦੀ ਜਿਸ ਤਰੀਕੇ ਦੀ ਸਟੇਟਮੈਂਟ ਆਈ ਸੀ। ਔਰ ਬ੍ਰਹਮ ਮਹਿੰਦਰੇ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਚਿਰ ਤੱਕ ਨਵਜੋਤ ਸਿੱਧੂ ਸਾਨੂੰ ਕੈਪਟਨ ਸਾਹਿਬ ਨੂੰ ਮਿਲਦਾ ਨਹੀਂ ਮੈਂ ਮਿਲਣਾ ਨਹੀਂ। ਤਾਂ ਇਹੋ ਜਿਹੇ ਜੇਕਰ ਵਿਚਾਰ ਹੋਣਗੇ ਤਾਂ ਫਿਰ ਤਾਂ ਇਹ ਤਾਲਮੇਲ ਕਮੇਟੀ, ਇਹ ਟਾਲ ਮਟੋਲ ਸਮੂਹ ਜਿਹੜਾ ਉਹ ਬਣ ਸਕਦਾ। ਪਰ ਦੂਸਰੇ ਬੰਨੇ ਕਾਰਨ ਇਹ ਹੈ ਕਿ ਇਹਦੇ ਵਿੱਚ ਜਿਹੜੇ ਬਾਕੀ ਮੈਂਬਰ ਨੇ ਉਹ ਕੈਪਟਨ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਨੇ। ਸੋ ਉਹਨਾਂ ਦਾ ਇਹ ਜ਼ੋਰ ਰਹੇਗਾ, ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਜਿਹੜਾ ਸਮੂਹ ਹੈ ਇਹਨੂੰ ਇੱਕ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਂਦੀਆਂ ਚੋਣਾਂ ਦੇ ਵਿੱਚ ਜਿਹੜਾ ਮੁਕਾਬਲਾ ਹੈ ਵਿਰੋਧੀ ਧਿਰ ਦੇ ਨਾਲ ਉਹ ਠੀਕ ਤਰੀਕੇ ਨਾਲ ਹੋ ਸਕੇ। ਕਿਉਂਕਿ ਕਾਰਨ ਇਹ ਆ ਕਿਉਂਕਿ ਇਸ ਵਕਤ ਜਿੰਨੀਆਂ ਵੀ ਪਾਰਟੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਦੇ ਝਗੜੇ ਨੂੰ, ਆਪਸੀ ਝਗੜੇ ਨੂੰ ਇਸ ਰੂਪ 'ਚ ਵੇਖ ਰਹੀਆਂ ਨੇ ਕਿ ਇਹ ਝਗੜਾ ਚੱਲਦਾ ਰਹਿਣਾ ਤੇ ਸਾਡੇ ਵਾਸਤੇ ਜਿਹੜਾ ਮੈਦਾਨ ਆ ਉਹ ਖਾਲੀ ਹੈਗਾ। ਸੋ ਇਸ ਚੀਜ਼ ਨੂੰ ਵਿਰੋਧੀ ਧਿਰਾਂ ਦੇ ਮਨ ਵਿੱਚੋਂ ਕੱਢਣ ਵਾਸਤੇ ਨਵਜੋਤ ਸਿੱਧੂ ਦੀ ਇਹ ਜਿਹੜੀ ਪਹਿਲ ਹੈ ਇਸ ਦੀ ਜਿਹੜੀ ਪ੍ਰਸ਼ੰਸਾ ਕਰਨੀ ਬਣਦੀ ਆ ਕਿ ਉਹ ਕੋਈ ਵੀ ਆਪਣੇ ਉੱਤੇ ਕਿਸੇ ਵੀ ਤਰ੍ਹਾਂ ਦਾ ਆਲੋਚਨਾ ਹਾਈਕਮਾਨ ਦੀ ਜਾਂ ਲੋਕਾਂ ਦੀ ਉਹ ਲੈਣਾ ਨਹੀਂ ਚਾਹੁੰਦਾ, ਆਲੋਚਨਾ ਦਾ ਪਾਤਰ ਉਹ ਨਹੀਂ ਬਣਨਾ ਚਾਹੁੰਦਾ ਕਿ ਕੋਈ ਉਹਨੂੰ ਇੰਨੀ ਗੱਲ ਕਵੇ ਕਿ ਉਹ ਕਿਸੇ ਪਾਸੇ ਝੁਕਣ ਨੂੰ ਤਿਆਰ ਨਹੀਂ ਹੋਇਆ, ਉਹ ਹਮੇਸ਼ਾ ਪ੍ਰਧਾਨਗੀ ਪਦ ਨੂੰ ਲੈ ਕੇ ਆਪਣੀ ਪਕਾਉਂਦਾ ਰਿਹਾ। ਨਹੀਂ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ, ਲਗਾਤਾਰ ਉਹਨਾਂ ਵਾਅਦਿਆਂ ਦੇ ਉੱਪਰ ਖੜੇ ਨੇ, ਸਟੈਂਡ ਕਰ ਰਹੇ ਨੇ, ਉਹਨਾਂ ਵਾਅਦਿਆਂ ਦੇ ਉੱਪਰ ਕੰਮ ਵੀ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਜਿਹੜੇ ਪਹਿਲਾਂ ਵਾਅਦਿਆਂ ਦੀ ਗੱਲਾਂ ਕਰਦੇ ਹੁੰਦੇ ਸੀਗੇ। ਨਵਜੋਤ ਸਿੰਘ ਸਿੱਧੂ ਯਾਨੀ ਕਿ ਹਾਲੇ ਤੱਕ ਕੋਈ ਨਜ਼ਰ ਨਹੀਂ ਆਇਆ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਿਸੇ ਗੱਲ ਤੋਂ ਪਲਟਦੇ ਹੋਏ ਨਜ਼ਰ ਆਏ। ਪਰ ਮੈਨੂੰ ਜੋ ਲੱਗ ਰਿਹਾ ਜਿਵੇਂ ਦੋਵਾਂ ਲੀਡਰਾਂ ਦੀ ਸੋਚ ਹੈ, ਨਵਜੋਤ ਸਿੰਘ ਸਿੱਧੂ ਦੀ ਸੋਚ ਹੋਵੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੋਵੇ, ਉਹਨਾਂ ਦੀ ਜੋ ਸੋਚ ਦੇ ਵਿੱਚ ਮੈਨੂੰ ਪਰਸਨਲੀ ਤੌਰ ਤੇ ਜੋ ਡਿਫਰੈਂਸਸ ਨਜ਼ਰ ਆਏ ਨੇ ਜਾਂ ਫਿਰ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀਆਂ ਤੋਂ ਬਾਅਦ ਜਿਹੜੇ ਆਪਸੀ ਉਹਨਾਂ ਦੇ ਵਖਰੇਵੇਂ ਹੋਏ ਨੇ, ਮੈਨੂੰ ਲੱਗਦਾ ਨਹੀਂ ਕਿ ਇਹ ਜਿਹੜੀ ਕਮੇਟੀ ਬਣੀ ਹੈ, ਇਹ ਜਿਹੜਾ ਸਮੂਹ ਬਣਿਆ, ਇਹ ਜਿਹੜਾ 10 ਮੈਂਬਰੀ ਗਠਨ ਹੋਈ ਕਮੇਟੀ ਹੈ, ਇਹ ਇਹਨਾਂ ਦੋਵਾਂ ਨੂੰ ਇਕੱਠਿਆਂ ਲੈ ਕੇ ਚੱਲ ਸਕਦੀ ਹੈ। ਕਿਉਂਕਿ ਠੀਕ ਹੈ ਸਰੀਰਕ ਤੌਰ ਤੇ ਤੁਸੀਂ ਇਹਨਾਂ ਨੂੰ ਇਕੱਠਿਆਂ ਦਿਖਾ ਸਕਦੇ ਹੋ ਲੋਕਾਂ ਨੂੰ, ਪਰ ਵਿਚਾਰਕ ਤੌਰ ਤੇ ਇਹਨਾਂ ਨੂੰ ਇਕੱਠਿਆਂ ਕੀਤੇ ਜਾਣਾ ਮੈਨੂੰ ਨਹੀਂ ਲੱਗਦਾ ਕਿ ਇਹ ਕਾਮਯਾਬ ਹੋ ਪਾਊਗੀ ਇਹ ਕਮੇਟੀ। ਇਹ ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਤਾਂ ਸੁਖਵਿੰਦਰ ਜੀ ਕੋਈ ਇਹ ਦੋਰਾਵਾ ਹੀ ਨਹੀਂ ਆ ਕਿਉਂਕਿ ਦੋਵਾਂ ਦੀ ਜਿਹੜੀ ਸੋਚ ਆ ਅਲੱਗ-ਅਲੱਗ ਤਰ੍ਹਾਂ ਦੀ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਕਾਰਜਸ਼ੈਲੀ, ਕੰਮ ਕਰਨ ਦੀ ਕਾਰਜਸ਼ੈਲੀ ਕੁਝ ਹੋਰ ਤਰੀਕੇ ਦੀ, ਨਵਜੋਤ ਸਿੱਧੂ ਦੀ ਕੁਝ ਹੋਰ ਤਰ੍ਹਾਂ ਦੀ ਹੈ। ਅੱਜ ਦੀ ਤਰੀਕ ਤੱਕ ਤੁਸੀਂ ਦੇਖ ਲਓ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਚੁੱਪ ਧਾਰੀ ਆ, ਉਹ ਚੁੱਪ ਕਰਕੇ ਨਾ ਤਾਂ ਕੋਈ ਪ੍ਰੋਟੈਸਟ ਕਰ ਰਿਹਾ, ਨਾ ਕੋਈ ਵਿਰੋਧ ਕਰ ਰਿਹਾ, ਨਾ ਸਹਿਮਤੀ ਜਤਾ ਰਹੇ ਆ। ਦੂਸਰੇ ਪਾਸੇ ਨਵਜੋਤ ਸਿੱਧੂ ਜਿਹੜੇ ਮੁੱਦੇ ਪਹਿਲਾਂ ਠਾਉਂਦਾ ਰਿਹਾ ਉਹਨਾਂ ਮੁੱਦਿਆਂ ਤੇ ਉਹ ਅੱਜ ਵੀ ਕਾਇਮ ਆ। ਅਗਰ ਉਹਨਾਂ ਮੁੱਦਿਆਂ ਨੂੰ ਹੱਲ ਕਰਾਉਣ ਵਾਸਤੇ ਜੇਕਰ ਉਹਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਤੇ ਜਾਣਾ ਪੈਂਦਾ ਉਹ ਉੱਥੇ ਚਲੇ ਜਾਂਦਾ, ਜੇਕਰ ਇਸ ਤੋਂ ਪਹਿਲਾਂ ਉਹਨਾਂ ਦੇ ਦਫ਼ਤਰ ਵਿੱਚ ਮਿਲਦੇ ਨੇ ਤਾਂ ਵੀ ਮਿਲ ਲੈਂਦੇ ਨੇ। ਭਾਵ ਕਿ ਨਵਜੋਤ ਸਿੰਘ ਸਿੱਧੂ ਆਪਣੇ ਕੰਮਾਂ ਨੂੰ ਲੈ ਕੇ ਉਸੇ ਤਰ੍ਹਾਂ ਹੀ, ਲੋਕ ਮੁੱਦਿਆਂ ਨੂੰ ਲੈ ਕੇ ਉਸੇ ਤਰ੍ਹਾਂ ਹੀ ਗੰਭੀਰ ਹੈ ਜਿਸ ਤਰੀਕੇ ਨਾਲ ਉਹ 7 ਅਪ੍ਰੈਲ ਤੋਂ ਪਹਿਲਾਂ ਸੀ ਜਾਂ ਪੰਜਾਬ ਸੂਬਾ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਪਹਿਲਾਂ ਉਸਦੀ ਭੂਮਿਕਾ ਸੀ। ਉਹਦੇ ਵਿੱਚ ਰਾਤਾ ਜਿੰਨੀ ਵੀ ਉਹਦੇ ਕਾਰਜਸ਼ੈਲੀ ਜਾਂ ਉਹਦੇ ਕੰਮਾਂ ਦੇ ਵਿੱਚ ਕੋਈ ਪਰਿਵਰਤਨ ਵੇਖਣ ਨੂੰ ਨਹੀਂ ਮਿਲਦਾ ਪਿਆ। ਜਦੋਂ ਕਿ ਦੂਸਰੇ ਪਾਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੈ, ਜਿਹੜੀ ਉਹਨਾਂ ਦੀ ਇੱਕ ਕਾਰਜਸ਼ੈਲੀ ਆ, ਕਿਉਂਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਨਵਜੋਤ ਸਿੱਧੂ ਨੂੰ ਆਪਣੇ ਉੱਤੇ ਜਾਂ ਪੰਜਾਬ ਕਾਂਗਰਸ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਵਿੱਚ
ਕਦੇ ਵੀ ਉਹ ਕਿਸੇ ਨੂੰ ਵੀ ਉਹਨਾਂ ਨੇ ਹਾਵੀ ਜਿਹੜਾ ਨਾ ਆਪਣੇ ਨੂੰ ਜ਼ਿਆਦਾ ਹਾਵੀ ਨਹੀਂ ਹੋਣ ਦਿੱਤਾ, ਤਾਂ ਉਹ ਨਵਜੋਤ ਸਿੱਧੂ ਨੂੰ ਵੀ ਉਹਨਾਂ ਨੇ ਹਾਵੀ ਜਿਹੜਾ ਨਾ ਨਹੀਂ ਹੋਣ ਦੇਣਾ। ਸੋ ਕਹਿਣ ਦਾ ਅਰਥ ਇਹ ਹੈ ਕਿ ਇਹ ਜਿਹੜਾ ਰਣਨੀਤਿਕ ਸਮੂਹ ਬਣਿਆ, ਇਹ ਸਰੀਰਕ ਤੌਰ ਤੇ ਬੜਾ ਵਧੀਆ ਤੁਸੀਂ ਸ਼ਬਦ ਵਰਤਿਆ ਕਿ ਸਰੀਰਕ ਤੌਰ ਤੇ ਦੋਵਾਂ ਨੂੰ ਇਕੱਠਿਆਂ ਤਾਂ ਦਿਖਾ ਸਕਦਾ, ਪਰ ਵਿਚਾਰਧਾਰਕ ਪੱਧਰ ਤੇ ਕਿ ਜੇਕਰ ਇਹ ਦੋਵੇਂ ਨੇਤਾ ਇੱਕ ਮੰਚ ਤੇ ਆ ਜਾਣ, ਉਹ ਉਹਦੀ ਗੱਲ ਕਰੇ, ਉਹ ਉਹਦੀ ਗੱਲ ਕਰੇ, ਇਹਦੀ ਸੰਭਾਵਨਾ ਜਿਹੜੀ ਨਾ ਬੜੀ ਘੱਟ ਆ। ਕਿਉਂਕਿ ਜਿਸ ਤਰੀਕੇ ਨਾਲ ਇਸ ਵਕਤ ਵੇਖਣ ਨੂੰ ਜੋ ਦਿਖਾਈ ਦੇ ਰਿਹਾ, ਜਿਸ ਤਰੀਕੇ ਨਾਲ ਅੱਜ ਇਹ ਚਾਰ ਬੰਦੇ ਗਏ, ਪ੍ਰਗਟ ਸਿੰਘ ਹੁਣੀ ਗਏ, ਨਵਜੋਤ ਸਿੱਧੂ ਗਿਆ, ਔਰ ਨਾਲ ਕੁਲਜੀਤ ਸਿੰਘ ਨਾਗਰਾ ਗਿਆ, ਜਾ ਕੇ ਲਿਸਟ ਫਾਈ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਸੇ ਵਕਤ ਹੀ ਹਾਂਜੀ ਠੀਕ ਆ ਜੀ, ਠੀਕ ਆ ਜੀ, ਹੋ ਗਿਆ ਜੀ, ਹੋ ਗਿਆ। ਪਰ ਇਹ ਜੋ ਕੁਝ ਕਰ ਰਹੇ ਨੇ, ਇਹ ਵੇਖਣ ਨੂੰ ਉੱਪਰੋਂ ਤਾਂ ਸਹਿਜ ਭਾਵੀ ਨਜ਼ਰ ਆ ਰਿਹਾ, ਪਰ ਅੰਦਰ ਇਹਦੀ ਜਿਹੜੀ ਖਿਚੜੀ ਕੀ ਪੱਕਦੀ ਪਈ ਆ। ਪ੍ਰਪੋਜ਼ਲ ਜਿਹੜੀ ਸੀ, ਇਹ ਪ੍ਰਪੋਜ਼ਲ ਜੋ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਪੋਸਟ ਪਾਈ ਹੈ, ਇਹ ਪ੍ਰਪੋਜ਼ਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਲੈ ਕੇ ਗਏ ਸੀ ਕਿ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਪਾਰਟੀ ਦੇ ਵਿਧਾਇਕ ਨੇ ਤੇ ਨਾਲ ਹੀ ਨਾਲ ਜਿਹੜੇ ਹੋਰ ਕੁਝ ਲੀਡਰ ਨੇ ਉਹ ਵੀ ਇਹੀ ਚਾਹੁੰਦੇ ਆ ਕਿ ਇਹੀ ਹੋਣਾ ਚਾਹੀਦਾ। ਤਾਂ ਦੂਜੇ ਪਾਸੇ ਚਾਹੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੇ ਪੇਜ ਦੇ ਉੱਪਰ ਦੇਖ ਲਈਏ, ਚਾਹੇ ਆਪਾਂ ਇੱਕ ਉਹਨਾਂ ਦਾ ਪੰਜਾਬ ਦਾ ਕੈਪਟਨ ਇੱਕ ਅਫੀਸ਼ੀਅਲੀ ਪੇਜ ਚੱਲ ਰਿਹਾ ਉਹ ਤੇ ਦੇਖ ਲਈਏ, ਉੱਥੇ ਕਿਤੇ ਵੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਨਹੀਂ ਜੇ ਹੋਇਆ। ਉੱਥੇ ਸਿਰਫ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਇਹ ਗੱਲ ਜਿਹੜੀ ਹੈ ਇਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ। ਜੀ ਜੀ ਬਿਲਕੁਲ, ਪਰ ਇਹਦੇ ਵਿੱਚ ਸੁਖਵਿੰਦਰ ਜੀ ਇੱਕ ਗੱਲ ਬੜੀ ਨਵਜੋਤ ਸਿੱਧੂ ਵੱਲੋਂ ਇਹ ਗੱਲ ਬੜੀ ਅਸੀਂ ਸਿਆਣਪ ਵਾਲਾ ਕਦਮ ਕਹਿ ਸਕਦੇ ਹਾਂ, ਕਿਉਂਕਿ ਜਿਸ ਵਕਤ ਉਹ ਮੀਟਿੰਗ ਕਰ ਰਹੇ ਸੀ ਉਸੇ ਵਕਤ ਉਹ ਚਿੱਠੀ ਜਿਹੜੀ ਆ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਰਿਲੀਜ਼ ਕਰਤੀ, ਜਿਸ ਦਾ ਜ਼ਿਕਰ ਤੁਸੀਂ ਕੀਤਾ, ਔਰ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਨੀ ਜਲਦੀ ਔਰ ਇੰਨੇ ਟਾਈਮ ਦੇ ਨਾਲ ਇਹਨਾਂ ਜਿਹੜੇ 10 ਮੰਤਰੀ ਨੇ ਕੈਬਨਿਟ ਦੇ ਜਿੰਨੇ ਵੀ ਨੇ, ਉਹਨਾਂ ਦੀ ਡੇਟ ਵਾਈਜ਼ 11ਵੇਂ ਮਹੀਨੇ ਤੱਕ, ਨਵੰਬਰ ਤੱਕ ਉਹਨਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਜਾਂਦੀਆਂ ਨੇ। ਤੇ ਨਵੀਨ ਠਕਰਾਲ ਦੀ ਜਿਹੜੀ ਉਹਦਾ ਟਵੀਟ ਜਿਹੜਾ ਆਇਆ, ਉਹਦੇ ਵਿੱਚ ਵਾਕਿਆ ਹੀ ਉਹਨਾਂ ਨੇ ਕਿਤੇ ਵੀ ਨਵਜੋਤ ਸਿੱਧੂ ਦੀ ਗੱਲ ਜਿਹੜੀ ਨਹੀਂ ਕੀਤੀ, ਉਹਨਾਂ ਨੇ ਆਪਣੇ ਵੱਲੋਂ ਸ਼ੋਅ ਕੀਤਾ। ਚਾਹੀਦਾ ਤਾਂ ਇਹ ਸੀ ਕਿ ਜੇਕਰ ਸੂਬਾ ਕਾਂਗਰਸ ਪ੍ਰਧਾਨ ਗਏ ਨੇ ਤੁਹਾਡੇ ਕੋਲ, ਤਾਂ ਫਿਰ ਉੱਥੇ ਇਹ ਗੱਲ ਕਹੀ ਜਾਂਦੀ, ਕਿਉਂਕਿ ਮੰਤਰੀ ਵਿਧਾਇਕ ਬਾਅਦ ਚ ਨੇ, ਮੁੱਖ ਮੰਤਰੀ ਬਾਅਦ ਚ, ਪਹਿਲਾਂ ਉਹ ਕਾਂਗਰਸ ਦੇ ਇੱਕ ਵਰਕਰ ਨੇ, ਚਾਹੇ ਉਹ ਮੰਤਰੀ ਹੋਵੇ, ਚਾਹੇ ਵਿਧਾਇਕ ਹੋਵੇ, ਜਾਂ ਕੋਈ ਵੀ ਹੋਵੇ। ਤਾਂ ਜੇਕਰ ਇੱਕ ਪ੍ਰਧਾਨ ਇਹ ਜ਼ਿੰਮੇਵਾਰੀ ਨਿਰਧਾਰਿਤ ਕਰਦਾ ਕਿ ਮੰਤਰੀ ਦੀ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਹੈ, ਤਾਂ ਕੁਦਰਤੀ ਤੌਰ ਤੇ ਇਹਦਾ ਇਨੀਸ਼ੀਏਟਿਵ ਜਿਹੜਾ ਆ ਉਹ ਨਵਜੋਤ ਸਿੱਧੂ ਨੂੰ ਦੇਣਾ ਬਣਦਾ ਸੀ ਉਹਦੇ ਵਿਚਕਾਰ, ਕਿ ਹਾਂ ਵੀ ਨਵਜੋਤ ਸਿੱਧੂ ਦਾ ਨਾਮ ਨਾ ਲਓ ਕਿ ਸੂਬਾ ਕਾਂਗਰਸ ਦੀ ਪ੍ਰਧਾਨ ਦੀ ਸਿਫਾਰਿਸ਼ ਦੇ ਤਹਿਤ ਇਹਨਾਂ ਮੰਤਰੀਆਂ ਦੀ ਜਿਹੜੀਆਂ ਡਿਊਟੀਆਂ ਨੇ ਉੱਥੇ ਲਾਈਆਂ ਜਾਂਦੀਆਂ ਨੇ। ਪਰ ਕੈਪਟਨ ਧੜੇ ਵੱਲੋਂ ਕੋਈ ਵੀ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਕੋਈ ਵੀ ਨਵਜੋਤ ਸਿੱਧੂ ਦਾ ਨਾਮ ਨਹੀਂ ਲਿਆ ਗਿਆ, ਕੇਵਲ ਜਿਹੜਾ ਮੰਤਰੀਆਂ ਦੇ ਉਹ ਦੇ ਦਿੱਤੇ ਗਏ। ਪਰ ਇਸ ਦਾ ਪ੍ਰਭਾਵ ਇਹ ਨਹੀਂ ਕਿ ਨਵਜੋਤ ਸਿੱਧੂ ਦੀ ਕਾਰਵਾਈ ਨਹੀਂ, ਇਹ ਕਾਰਨ ਕਿਉਂਕਿ ਨਵਜੋਤ ਸਿੱਧੂ ਨੇ ਚਿੱਠੀ ਦੇ ਵਿੱਚ ਕਲੀਅਰ ਕੱਟ ਲਿਖਿਆ ਕਿ ਇਹਨਾਂ ਮੰਤਰੀਆਂ ਨੂੰ ਇਹ ਉੱਥੇ ਦਫ਼ਤਰ ਪੰਜਾਬ ਕਾਂਗਰਸ ਦੇ ਭਵਨ ਵਿੱਚ, ਚੰਡੀਗੜ੍ਹ ਜਿਹੜਾ ਭਵਨ ਹੈ, ਉੱਥੇ ਬਹਿਣਾ ਚਾਹੀਦਾ। ਨਵਜੋਤ ਸਿੱਧੂ ਇਹ ਵੀ ਕਹਿ ਸਕਦਾ ਸੀ ਕਿ ਹਾਂ ਭਈ ਹਰ ਮੰਤਰੀ, ਹਰ ਵਿਧਾਇਕ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੇਗਾ, ਲੋਕਾਂ ਦੇ ਮਸਲਿਆਂ ਨੂੰ ਸੁਣੇਗਾ, ਲੋਕ ਮੁੱਦਿਆਂ ਦੀ ਗੱਲ ਕਰੇਗਾ, ਉਹਨਾਂ ਨੂੰ ਹੱਲ ਕਰਨ ਵਾਸਤੇ ਯਤਨ ਕਰੇਗਾ। ਪਰ ਨਹੀਂ, ਨਵਜੋਤ ਸਿੱਧੂ ਨੇ ਇਹੋ ਜਿਹੜੀ ਗੱਲ ਕਹੀ ਕਿ ਹਾਂ ਭਈ ਜਿਹੜੇ ਮੰਤਰੀ ਨੇ ਉਹ ਕਾਂਗਰਸ ਭਵਨ ਵਿੱਚ ਆਣ ਕੇ ਬੈਠਣਗੇ 11 ਤੋਂ ਲੈ ਕੇ 2 ਵਜੇ ਤੱਕ, ਔਰ ਉੱਥੇ ਉਹ ਲੋਕਾਂ ਦੀਆਂ ਗੱਲਾਂ ਸੁਣਨਗੇ। ਤਾਂ ਠੀਕ ਹੈ, ਨਵਜੋਤ ਸਿੱਧੂ ਦਾ ਇਹ ਕਦਮ ਜਿਹੜਾ ਬੜਾ ਸ਼ਲਾਘਾਯੋਗ ਹੈ, ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਸ ਜਿਹੜੀ ਮੰਤਰੀਆਂ ਦੀ ਜਿਹੜੀ ਡਿਊਟੀ ਲਈ ਹੈ, ਇਹਦੇ ਵਿੱਚ ਵੀ ਉਹਨਾਂ ਨੇ ਸਿਆਸਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਨਜ਼ਰ ਜਿਹੜੀ ਆਉਂਦੀ ਹੈ। ਸਿਆਸੀ ਮਤਲਬ ਅਸੀਂ ਕਹਿ ਸਕਦੇ ਕਿ ਸਿਆਸੀ ਪਾਰੀ ਖੇਡਣ ਦਾ ਉਹਨਾਂ ਨੇ ਯਤਨ ਕੀਤਾ। ਕਹਿ ਸਕਦੇ ਹਾਂ ਸਿਆਸਤ ਠੀਕ ਹੈ, ਪਰ ਕੈਪਟਨ ਅਮਰਿੰਦਰ ਸਿੰਘ ਜੋ ਸੋਚਣ, ਪਰ ਜਿਹੜੇ ਲੋਕ ਸਿਆਸਤ ਨੂੰ ਸਮਝਦੇ ਆ, ਜਿਹੜੇ ਲੋਕ ਇਸ ਦੇ ਵਿੱਚ ਕਦਮ ਰੱਖਦੇ ਆ, ਜਾਂ ਫਿਰ ਜੋ ਵੀ ਆ ਜਿਸ ਤਰੀਕੇ ਦੇ ਨਾਲ ਆਪਣੀ ਤਿਰਛੀ ਨਜ਼ਰ ਵੀ ਜਿਹੜੇ ਰੱਖਦੇ ਆ, ਉਹ ਤਾਂ ਇਹ ਆਪਾਂ ਕਹਿ ਸਕਦੇ ਆ, ਜਾਂ ਉਹ ਲੋਕ ਇਹ ਸਮਝਦੇ ਹੋਣਗੇ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਲਿਖ ਕੇ ਮਜਬੂਰ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਹੁਕਮ ਕਰਨ ਵਾਸਤੇ ਮੰਤਰੀਆਂ ਨੂੰ ਕਿ ਤੁਸੀਂ ਕਾਂਗਰਸ ਭਵਨ ਬੈਠੋ, ਕਹਿ ਸਕਦੇ ਆ ਕਿ ਅਸਿੱਧੇ ਤੌਰ ਤੇ ਹੁਣ ਨਵਜੋਤ ਸਿੰਘ ਸਿੱਧੂ ਹੀ ਸਰਕਾਰ ਚਲਾਉਣਗੇ। ਕਿਉਂਕਿ ਜੇਕਰ ਨਵਜੋਤ ਨੇ ਸਿਰਫ ਲੋਕਾਂ ਦੇ ਕੰਮ ਹੀ ਦੀ ਗੱਲ ਕਰਨੀ ਹੁੰਦੀ, ਉਹਨਾਂ ਨੂੰ ਪਤਾ ਕਿ ਇਹਨਾਂ ਨੇ ਹੋਰ ਕਿਤੇ ਬਿਠਾਏ ਤਾਂ ਇਹਨਾਂ ਨੇ ਕੰਮ ਕਰਨਾ ਨਹੀਂ ਕਿਤੇ ਲੋਕਾਂ ਦਾ, ਕਿਉਂਕਿ ਜੇ ਤਾਂ ਕੋਠੀਆਂ ਦੇ ਵਿੱਚ ਬਿਠਾਉਣਗੇ ਤਾਂ ਇਹ ਵੀ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਉੱਥੇ ਵੀ ਕੰਮ ਕਰਨਗੇ। ਜੇਕਰ ਇਹਨਾਂ ਨੂੰ ਕਿਹਾ ਵੀ ਆਪਣੇ ਦਫ਼ਤਰਾਂ 'ਚ ਬੈਠ ਕੇ ਲੋਕਾਂ ਦੇ ਕੰਮ ਕਰੋ, ਉੱਥੇ ਵੀ ਇਹ ਆਪਣੀ ਮਰਜ਼ੀ ਨਾਲ ਕੰਮ ਕਰਨਗੇ। ਕਿਉਂ ਨਾ ਇੱਥੇ ਮੈਂ ਆਪਣੇ ਕਾਂਗਰਸ ਭਵਨ ਦੇ ਵਿੱਚ ਇਹਨਾਂ ਨੂੰ ਬਿਠਾਵਾਂ ਤੇ ਮੈਂ ਸੁਣਾ, ਦੇਖਾਂ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਕਰਦੇ ਆ, ਕਿਵੇਂ ਲੋਕਾਂ ਨੂੰ ਇਹ ਟਾਲ ਮਟੋਲ ਕਰਕੇ ਭੇਜਦੇ ਆ। ਤਾਂ ਜੇਕਰ ਉੱਥੇ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਮੌਕੇ ਤੇ ਹੀ ਤੁਰੰਤ ਕਹਿੰਦੇ ਮਸਲੇ ਹੱਲ ਕਰਵਾਉਣ ਦੀ ਨਵਜੋਤ ਸਿੰਘ ਸਿੱਧੂ ਕੋਸ਼ਿਸ਼ ਕਰਨਗੇ, ਤਾਂ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਹੀ ਹੁਣ ਸਰਕਾਰ ਚਲਾਉਣਗੇ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਮੇਰੇ ਕੋਲੇ ਆ ਕੇ ਬੈਠੋ ਭਾਈ, ਉੱਥੇ ਕੰਮ ਕਰੋ, ਤੇ ਉੱਥੇ ਜਿਹੜੇ ਮੈਨੂੰ ਰੋਜ਼ ਸੈਂਕੜੇ ਲੋਕ ਆ ਕੇ ਉੱਥੇ ਮਿਲਦੇ ਆ, ਉੱਥੇ ਉਹਨਾਂ ਦੇ ਬੈਠ ਕੇ ਤੁਰੰਤ ਮੌਕੇ ਤੇ ਹੱਲ ਮਸਲੇ ਕਰੋ। ਤੁਸੀਂ ਦਫ਼ਤਰਾਂ ਤੇ ਕੋਠੀਆਂ ਦੇ ਵਿੱਚ ਬੈਠ ਕੇ ਨਹੀਂ ਮਸਲੇ ਹੱਲ ਕਰ ਸਕਦੇ, ਜਾਂ ਹਲਕਿਆਂ ਦੇ ਵਿੱਚ ਬੈਠ ਕੇ ਵੀ ਮਸਲੇ ਹੱਲ ਕਰਕੇ ਕਰ ਸਕਦੇ, ਕਿਉਂਕਿ ਪਤਾ ਨਵਜੋਤ ਨੂੰ ਵੀ ਹੈ ਕਿ ਹਲਕਿਆਂ ਦੇ ਵਿੱਚ ਜਾਂ ਫਿਰ ਇਹਨਾਂ ਦੇ ਘਰਾਂ ਦੇ ਵਿੱਚ
ਜਾਂ ਫਿਰ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਸਿਰਫ ਸਿਫਾਰਸ਼ੀ ਲੋਕਾਂ ਦੇ ਕੰਮਕਾਜ ਹੁੰਦੇ ਆ, ਜਾਂ ਫਿਰ ਜਿਹੜੇ ਅਟੈਚੀ ਲੈ ਕੇ ਆਉਂਦੇ ਉਹਨਾਂ ਦੇ ਕੰਮਕਾਜ ਹੁੰਦੇ ਆ, ਤੇ ਕਾਂਗਰਸ ਭਵਨ ਦੇ ਵਿੱਚ ਹਰ ਉਸ ਆਮ ਬੰਦੇ ਦਾ ਕੰਮ ਨਵਜੋਤ ਸਿੰਘ ਸਿੱਧੂ ਕਰਾਊ ਜਿਹੜਾ ਕਈ ਸਾਲਾਂ ਤੋਂ ਭਟਕਦਾ ਨਜ਼ਰ ਆ ਰਿਹਾ। ਬਿਲਕੁਲ ਸੁਖਵਿੰਦਰ ਜੀ, ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਸਰਕਾਰ 'ਚ ਨਵਜੋਤ ਸਿੱਧੂ ਚਲਾਏਗਾ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਆਉਂਦਿਆਂ ਜਿਹੜੇ ਪਿਛਲੇ ਕੁਝ ਦਿਨਾਂ 'ਚ ਨਵਜੋਤ ਸਿੱਧੂ ਦੀ ਜਿਹੜੀ ਪਕੜ ਹੈ ਕਾਂਗਰਸੀ ਵਰਕਰਾਂ ਜਾਂ ਕਾਂਗਰਸ ਸੰਗਠਨ ਪਾਰਟੀ ਦੇ ਉੱਪਰ ਮਜ਼ਬੂਤ ਹੋਈ ਆ, ਉਸੇ ਤਰ੍ਹਾਂ ਨਵਜੋਤ ਸਿੱਧੂ ਦੀ ਪਕੜ ਜਿਹੜੀ ਹੈ ਸਰਕਾਰੀ ਦਰਬਾਰੇ ਜਾਂ ਸਰਕਾਰੀ ਹਲਕਿਆਂ ਦੇ ਉੱਤੇ ਵੀ ਮਜ਼ਬੂਤ ਹੁੰਦੀ ਜਿਹੜੀ ਦਿਖਾਈ ਦੇ ਰਹੀ ਹੈ। ਜਿਸ ਤਰੀਕੇ ਦਾ ਤੁਸੀਂ ਵਿਸ਼ਲੇਸ਼ਣ ਕਰ ਰਹੇ ਜੇ ਕਿ ਮੰਤਰੀ ਉੱਥੇ ਕਾਂਗਰਸ ਭਵਨ 'ਚ ਬੈਠਣਗੇ, ਹੁਣ ਮੰਤਰੀ ਜਦੋਂ ਬੈਠਣਗੇ ਮੰਤਰੀਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਜੋ ਨਵਜੋਤ ਸਿੱਧੂ ਜਿਹੜਾ ਪੰਜਾਬ ਕਾਂਗਰਸ ਭਵਨ ਦੇ ਵਿੱਚ ਬੈਠਾ, ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਕਰਕੇ ਨਹੀਂ ਬੈਠਾ, ਇਹ ਕਿੰਨਾ ਕਰਕੇ ਬੈਠਾ, ਇਹ ਕਾਂਗਰਸ ਹਾਈ ਕਮਾਨ ਵੱਲੋਂ ਅਪੁਆਇੰਟ ਕਰਕੇ ਭੇਜਿਆ ਗਿਆ। ਸੋ ਜਿੱਥੇ ਨਵਜੋਤ ਸਿੱਧੂ ਦੀ ਇਹਨਾਂ ਮੰਤਰੀਆਂ ਦੇ ਕੰਮਕਾਜ ਉੱਤੇ ਤਿਰਛੀ ਨਜ਼ਰ ਹੋਵੇਗੀ, ਉੱਥੇ ਇਹਨਾਂ ਮੰਤਰੀਆਂ ਦੀ ਜਿਹੜੀ ਫੀਡਬੈਕ ਹੈਗੀ ਹੈ ਕੁਝ ਵੀ ਉਹਨਾਂ ਦੇ ਕੰਮ ਦੇ ਸੰਬੰਧੀ, ਉਹਨਾਂ ਦੇ ਹਲਕੇ 'ਚ ਕਿਸ ਤਰੀਕੇ ਦਾ ਲੋਕਾਂ ਦਾ ਵਿਹਾਰ ਆ, ਉਹਦੀ ਵੀ ਜਿਹੜੀ ਫੀਡਬੈਕ ਆ ਉਹ ਰੈਗੂਲਰ ਤੌਰ ਤੇ ਨਵਜੋਤ ਸਿੱਧੂ ਨੂੰ ਉਸੇ ਸਮੇਂ ਮਿਲੇਗੀ ਤੇ ਜਿਸ ਦੀ ਉਹ ਰਿਪੋਰਟ ਜਿਹੜੀ ਆ ਉਹ ਹਾਈ ਕਮਾਨ ਨੂੰ ਦਿੰਦਾ ਰਹੇਗਾ। ਔਰ ਇਸੇ ਹਾਈ ਕਮਾਨ ਦੀ ਰਿਪੋਰਟ ਜਿਹੜੀ ਆ ਜੋ ਨਵਜੋਤ ਸਿੱਧੂ ਵੱਲੋਂ ਹਾਈ ਕਮਾਨ ਜਿਹੜੀ ਫੀਡਬੈਕ ਨਵਜੋਤ ਸਿੱਧੂ ਵੱਲੋਂ ਦਿੱਤੀ ਜਾਏਗੀ ਹਾਈ ਕਮਾਨ ਨੂੰ ਇਹਨਾਂ ਮੰਤਰੀਆਂ ਦੇ ਕੰਮਕਾਜ ਸੰਬੰਧੀ, ਇਹਨਾਂ ਮੰਤਰੀਆਂ ਦੇ ਜਿਹੜੀ ਅਸੀਂ ਕਹਿ ਸਕਦੇ ਸ਼ਖਸੀਅਤ ਸੰਬੰਧੀ ਜਾਂ ਇਹਨਾਂ ਦੇ ਘਪਲੇ ਜਾਂ ਘਾੜੇ ਮਾਰਿਆਂ ਦੇ ਸੰਬੰਧੀ ਜਿਹੜਾ ਵੀ ਸੱਚ ਹੋਏਗਾ ਉਹ ਨਵਜੋਤ ਸਿੱਧੂ ਮੌਕੇ ਤੇ ਉਹਦੇ ਕੋਲ ਮੌਜੂਦ ਹੋਗਾ ਤਾਂ ਉਹਦੀ ਰਿਪੋਰਟ ਜਿਹੜੀ ਆ ਉਹ ਸਮੇਂ-ਸਮੇਂ ਤੇ ਫੀਡਬੈਕ ਦੇ ਰੂਪ 'ਚ ਹਾਈ ਕਮਾਨ ਨੂੰ ਦਿੱਤੀ ਜਾਏਗੀ। ਤੇ ਇਹਨਾਂ ਕੰਮਕਾਜ ਇਸੇ ਫੀਡਬੈਕ ਦੇ ਆਧਾਰ ਤੇ ਹੀ 2022 ਦੀਆਂ ਚੋਣਾਂ ਦੇ ਸੰਦਰਭ ਵਿੱਚ ਟਿਕਟਾਂ ਦਾ ਫੈਸਲਾ ਹੋਵੇਗਾ ਕਿ ਕਿਹੜੇ ਮੰਤਰੀ ਦੀ ਟਿਕਟ ਕੱਟੀ ਜਾਣੀ ਆ, ਕਿਹੜਾ ਮੰਤਰੀ ਆਪਣਾ ਕੰਮ ਠੀਕ ਕਰਦਾ, ਕਿਹੜਾ ਮੰਤਰੀ ਲੋਕਾਂ ਦੇ ਉਮੀਦਾਂ ਤੇ ਸੁਪਨਿਆਂ ਤੇ ਪੂਰਾ ਉਤਰਿਆ ਨਹੀਂ ਉਤਰਿਆ। ਕਿਉਂਕਿ 4.5 ਸਾਲ ਦੌਰਾਨ ਕੁਝ ਵੀ ਅਜਿਹਾ ਨਹੀਂ ਹੋਇਆ ਕਿ ਜਿਹੋ ਜਿਹੇ ਹੋਣ ਦੀ ਜ਼ਰੂਰਤ ਸੀ। ਇਸ ਤੋਂ ਪਹਿਲਾਂ 10 ਸਾਲ ਜਦੋਂ ਅਕਾਲੀ ਭਾਜਪਾ ਸਰਕਾਰ ਰਹੀ ਆ, ਉਸ ਵਕਤ ਬਕਾਇਦਾ ਤੌਰ ਤੇ ਅਕਾਲੀ ਦਲ ਵੱਲੋਂ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਜਾਂਦਾ ਸੀ, ਕੰਮ ਹੁੰਦਾ ਹੀ ਨਹੀਂ ਹੁੰਦਾ, ਪਰ ਸਰਕਾਰ ਜਿਹੜੀ ਸੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ, ਹਰ ਵਿਧਾਨ ਸਭਾ ਹਲਕੇ ਦੇ ਵਿੱਚ ਜਾ ਕੇ ਸੰਗਤ ਦਰਸ਼ਨ ਕਰਦੀ ਸੀ। ਚਾਹੀਦਾ ਤਾਂ ਇਹ ਸੀ ਕਿ 4.5 ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣੀ ਇਹੋ ਜਿਹਾ ਕੋਈ ਕਦਮ ਪੁੱਟਦੇ ਜਾਂ ਕੋਈ ਇਹੋ ਜਿਹਾ ਕੰਮ ਕਰਦੇ, ਪਰ ਉਹ ਜਿਸ ਤਰੀਕੇ ਨਾਲ ਉਹਨਾਂ ਦਾ ਆਪਣਾ ਇੱਕ ਸ਼ੈਲੀ ਜਿਹੜੀ ਅਲੱਗ ਤਰ੍ਹਾਂ ਦੀ ਕੰਮ ਕਰਨ ਦੀ ਸ਼ੈਲੀ, ਉਹਨਾਂ ਨੇ ਕੁਝ ਨਹੀਂ ਕੀਤਾ। ਤਾਂ ਇੱਕ ਇਹ ਨਵੀਂ ਜਿਹੜੀ ਪਰੰਪਰਾ ਹੈ ਇਹ ਨਵਜੋਤ ਸਿੱਧੂ ਨੇ ਜਿਹੜੀ ਸ਼ੁਰੂ ਕੀਤੀ ਆ, ਇਸ ਤੇ ਦੂਰਗਾਮੀ ਪ੍ਰਭਾਵ ਜਿਹੜੇ ਨਾ ਬੜੇ ਤੁਹਾਨੂੰ ਜਲਦੀ ਵੇਖਣ ਨੂੰ ਮਿਲਣਗੇ ਔਰ ਇਹਦਾ ਪ੍ਰਭਾਵ ਲੋਕਾਂ 'ਚ ਜਾਵੇਗਾ। ਹੁਣ ਅਸਲ 'ਚ ਉਹ ਗੱਲ ਬਣੀ ਆ ਜਿਸ ਤਰ੍ਹਾਂ ਕਹਿੰਦੇ ਕਿ ਲੋਕਾਂ ਦੀ ਜਿਹੜੀ ਸਰਕਾਰ ਆ ਵਾਕਿਆ ਲੋਕਤੰਤਰੀ ਸਰਕਾਰ ਆ ਕਿ ਜਿੱਥੇ ਲੋਕ ਪ੍ਰਧਾਨ ਨੂੰ ਪੁੱਛਣਗੇ ਮੁੱਖ ਮੰਤਰੀ ਨਾ ਗੱਲ ਨਵਜੋਤ ਸਿੰਘ ਸਿੱਧੂ ਜਿਹੜਾ ਲੋਕਾਂ ਨੂੰ ਕਿਸੇ ਟਾਈਮ ਸੈਲੀਬ੍ਰਿਟੀ ਲੱਗਦਾ ਹੁੰਦਾ ਸੀ, ਹੁਣ ਆਮ ਲੋਕਾਂ ਦੀ ਪਹੁੰਚ ਹੋ ਗਿਆ। ਕਾਂਗਰਸ ਦਾ ਪ੍ਰਧਾਨ ਲੋਕਾਂ ਦੀ ਪਹੁੰਚ ਹੋ ਗਿਆ। ਕਾਂਗਰਸ ਦੇ ਜਿਹੜੇ ਮੰਤਰੀ ਜਿਹੜੇ ਦੇਖ ਭਜਦੇ ਹੁੰਦੇ ਸੀ, ਆਪਣੇ ਆਪ ਨੂੰ ਬੜੇ VIP ਬੜੇ ਵੱਡੇ ਸੈਲੀਬ੍ਰਿਟੀ ਸਮਝਦੇ ਹੁੰਦੇ ਸੀ, ਉਹ ਵੀ ਹੁਣ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋ ਗਏ। ਤੇ ਜੇ ਕੋਈ ਮੰਤਰੀ ਕਿਸੇ ਨੂੰ ਕੋਈ ਝਾੜ ਪਾਉਂਦਾ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਕੋਈ ਧੱਕਾ ਹੁੰਦਾ ਕਿਸੇ ਦੇ ਨਾਲ, ਜੇਕਰ ਮੰਤਰੀ ਸੁਣਦਾ ਨਹੀਂ ਤਾਂ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਕਮਰਾ ਹੋਇਆ ਕਰਨਾ ਤੇ ਭੱਜ ਕੇ ਅਗਲਾ ਨਵਜੋਤ ਸਿੰਘ ਸਿੱਧੂ ਦੇ ਅੰਦਰ ਵੜ ਜਾ ਕਰੂ, ਤੇ ਫਿਰ ਨਵਜੋਤ ਸਿੱਧੂ ਦਾ ਤੁਹਾਨੂੰ ਪਤਾ ਹੀ ਆ। ਬਿਲਕੁਲ ਸੁਖਵਿੰਦਰ ਜੀ, ਕਾਰਨ ਇਹ ਆ ਕਿ ਜਿਸ ਤਰੀਕੇ ਨਾਲ ਵਿਰੋਧੀ ਧਿਰ ਸੁਖਬੀਰ ਸਿੰਘ ਬਾਦਲ ਜਾਂ ਦੂਜੇ ਪਾਸੇ ਆਪੋਜੀਸ਼ਨ ਜਿਹੜੀ ਆ ਹਮੇਸ਼ਾ ਇਲਜ਼ਾਮ ਲਾਉਂਦੀ ਰਹੀ ਆ ਕਿ ਮੁੱਖ ਮੰਤਰੀ ਸਾਹਿਬ ਤਾਂ ਕਦੀ ਮਿਲਦੇ ਹੀ ਨਹੀਂ, ਮੁੱਖ ਮੰਤਰੀ ਤਾਂ ਕਦੀ ਮਿਲਦੇ ਹੀ ਨਹੀਂ, ਤਾਂ ਮੁੱਖ ਮੰਤਰੀ ਬਾਹਰ ਹੀ ਨਹੀਂ ਹੁੰਦਾ। ਤਾਂ ਹੁਣ ਜਿਹੜੀ ਆ ਲੋਕਾਂ ਔਰ ਸਰਕਾਰ ਦੇ ਵਿਚਕਾਰ ਇੱਕ ਸਿੱਧਾ ਤਾਲਮੇਲ ਪ੍ਰਧਾਨਗੀ ਦੇ ਰੂਪ ਦੇ ਵਿੱਚ, ਪ੍ਰਧਾਨਗੀ ਦੀ ਨਿਗਰਾਨੀ ਦੇ ਵਿੱਚ ਜਿਹੜਾ ਲੋਕਾਂ ਦਾ ਔਰ ਸਰਕਾਰ ਦਾ ਜਿਹੜਾ ਤਾਲਮੇਲ ਹੋਵੇਗਾ ਪ੍ਰਧਾਨ ਦੀ ਨਜ਼ਰ ਵਿੱਚ, ਅੱਗੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਹੁੰਦਾ ਸੀ, ਹੁਣ ਕੀ ਆ ਲੋਕਾਂ ਦਾ ਸਿੱਧਾ ਸੰਪਰਕ ਜਿਹੜਾ ਉਹ ਰਹੇਗਾ ਸਰਕਾਰ ਦੇ ਨਾਲ। ਤੇ ਸਰਕਾਰ ਕਿਹੜੀ? ਕਾਂਗਰਸ ਦੀ। ਕਾਂਗਰਸ ਦਾ ਕੌਣ ਜ਼ਿੰਮੇਵਾਰ? ਮੁੱਖ ਮੰਤਰੀ ਨਹੀਂ, ਉੱਥੇ ਪ੍ਰਧਾਨ ਹੋਵੇਗਾ ਜਿਹੜਾ ਆਪਣੀ ਨਿਗਰਾਨੀ ਦੇ ਹੇਠ ਇਹ ਸਾਰੀ ਸਥਿਤੀ ਨੂੰ ਦੇਖੇਗਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਆਉਂਦੇ ਕੁਝ ਦਿਨਾਂ ਦੇ ਵਿੱਚ ਨਵਜੋਤ ਸਿੱਧੂ ਇਹ ਵੀ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਹੀ ਹਫ਼ਤੇ ਦੇ ਵਿੱਚ ਜਾਂ ਮਹੀਨੇ 'ਚ ਇੱਕ ਦਿਨ ਉੱਥੇ ਲੋਕ ਦਰਬਾਰ ਕਾਂਗਰਸ ਭਵਨ ਦੇ ਵਿੱਚ ਲੋਕ ਲਾਉਣਗੇ। ਏਦਾਂ ਦੀ ਪ੍ਰਪੋਜ਼ਲ ਵੀ ਜਿਹੜੀ ਆ ਉਹ ਦੇ ਸਕਦੇ ਨੇ। ਔਰ ਇਹ ਚਾਹੀਦਾ ਵੀ ਆ ਆਪਣੇ ਸੁਖਵਿੰਦਰ ਜੀ। ਕਾਰਨ ਇਹ ਆ ਕਿ ਹੁਣ ਤੱਕ ਜਿਹੜੀਆਂ ਸਥਿਤੀਆਂ ਰਹੀਆਂ ਨੇ ਇਹੋ ਜਿਹੀਆਂ, ਇਹ ਵੀ ਹੋ ਸਕਦਾ ਨਾ, ਕਿਸੇ ਮਾਫ ਕਰਨਾ ਮੈਂ ਰੋਕ ਰਿਹਾ ਤੁਹਾਨੂੰ, ਇਹ ਵੀ ਹੋ ਸਕਦਾ ਹੈ ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਇਹਨਾਂ ਤੋਂ ਆਪਣੇ ਮੁੱਖ ਮੰਤਰੀ ਤੋਂ ਸੀ, ਤਾਂ ਉੱਥੇ ਸ਼ਿਕਾਇਤਾਂ ਅਫਸਰਾਂ ਤੋਂ ਵੀ ਸੀ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਉੱਪਰ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਨਕੇਲ ਕੱਸ ਲਈ ਜਾਵੇ। ਬਿਲਕੁਲ ਜੀ, ਉਹ ਤਾਂ ਜੇਕਰ ਪ੍ਰਸ਼ਾਸਨ ਦੇ ਉੱਤੇ ਨਕੇਲ ਕੱਸਣੀ ਆ ਤਾਂ ਹੀ ਮੰਤਰੀਆਂ ਨੂੰ ਉੱਥੇ ਬੁਲਾਇਆ ਗਿਆ, ਕਿਉਂਕਿ ਇਸ ਗੱਲ ਨੂੰ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ, ਹਰ ਮੰਤਰੀ ਇਹ ਰੌਲਾ ਪਾਉਂਦਾ ਰਿਹਾ ਕਿ ਅਸੀਂ ਜਿਹੜੇ
ਸਰਕਾਰ ਚੁਣੀ ਸੀ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀਂ ਰਾਜ ਕਰਾਉਣ ਵਾਸਤੇ ਨਹੀਂ ਚੁਣੀ। ਅਸੀਂ ਮੰਤਰੀਆਂ ਤੇ ਜਾਂ ਵਿਧਾਇਕਾਂ ਨੂੰ, ਲੋਕਾਂ ਨੂੰ ਚੁਣਿਆ ਸੀ ਜਿਨ੍ਹਾਂ ਨੇ ਸਰਕਾਰ ਚਲਾਉਣੀ ਸੀ। ਪਰ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਾਰਾ ਕੁਝ ਕਿਹਨਾਂ ਨੂੰ ਦੇਤਾ? ਅਫਸਰਾਂ ਨੂੰ ਦੇਤਾ। ਤਾਂ ਹੁਣ ਤੁਸੀਂ ਦੇਖਣਾ ਕਿ ਜਦੋਂ ਮੰਤਰੀ ਬੈਠੇਗਾ ਤਾਂ ਮੰਤਰੀ ਜਦੋਂ ਪੰਜਾਬ ਕਾਂਗਰਸ ਭਵਨ ਵਿੱਚ ਬੈਠੇਗਾ ਤਾਂ ਉਹਦੇ ਸੰਬੰਧਿਤ ਮਹਿਕਮੇ ਦੇ ਜਿਹੜੇ ਅਫਸਰ ਹੋਣਗੇ ਉਹ ਵੀ ਉਹਦੇ ਨਾਲ ਹੋਣਗੇ। ਤਾਂ ਉੱਥੇ ਤਾਂ ਫਿਰ ਕਰਪਸ਼ਨ ਜਿਹੜੀ ਆ ਉਹ ਫਿਰ ਬੜੀ ਦੂਰ ਦੀ, ਜੇ ਕੋਈ ਮੰਤਰੀ ਇਹੋ ਜਿਹਾ ਕੰਮ ਕਰੇਗਾ ਤਾਂ ਬੜਾ ਸੋਚ ਕੇ ਉਹਨੂੰ ਕਰਨਾ ਪਏਗਾ, ਕਿਉਂਕਿ ਉਹਦੇ ਉੱਤੇ ਜਿਹੜੀ ਨਜ਼ਰ ਆ ਉਹ ਜਿੱਥੇ ਨਵਜੋਤ ਸਿੱਧੂ ਦੀ ਹੋਏਗੀ ਉੱਥੇ ਲੋਕਾਂ ਦੀ ਵੀ ਹੋਊਗੀ, ਤੇ ਉੱਥੇ ਕੈਮਰੇ ਦੀ ਵੀ ਅੱਖਾਂ ਜਿਹੜੀਆਂ ਨਾ ਉਹ ਚੱਲਦੀਆਂ ਹੋਣਗੀਆਂ, ਕਿਉਂਕਿ ਮੀਡੀਆ ਦਾ ਧਿਆਨ ਵੀ ਇਸ ਕਾਂਗਰਸ ਦੀ ਇੱਕ ਨਵੀਂ ਜਿਹੜੀ ਪਰੰਪਰਾ ਨਵਜੋਤ ਸਿੱਧੂ ਨੇ ਸ਼ੁਰੂ ਕੀਤੀ ਆ, ਕਾਂਗਰਸ ਪਾਰਟੀ ਇਹਦੇ ਵੱਲ ਵੀ ਧਿਆਨ ਦੇਵੇਗੀ ਜਾਂ ਮੀਡੀਆ ਦੀ ਨਜ਼ਰ 'ਚ ਇਹ ਵੀ ਹੋਏਗਾ ਕਿ ਇਹ ਕਿਹੋ ਜਿਹਾ ਯਤਨ ਜਿਹੜਾ ਕੀਤਾ ਜਾ ਰਿਹਾ। ਸੋ ਜਿਹੜੇ ਆਉਂਦੇ ਕੁਝ ਦਿਨ ਨੇ, ਜਿਸ ਤਰ੍ਹਾਂ 23 ਤਰੀਕ ਤੋਂ ਮੰਗਲਵਾਰ ਤੋਂ ਇਹ ਪਰੰਪਰਾ ਜਿਹੜੀ ਆ ਇਹ ਆਪਾਂ ਕਹਿ ਸਕਦੇ ਕਿ ਇਹ ਸ਼ੁਰੂਆਤ ਜਿਹੜੀ ਹੋ ਰਹੀ ਆ ਮੰਤਰੀ ਬਹਿਣ ਦੀ ਕਾਂਗਰਸ ਭਵਨ ਦੇ ਵਿੱਚ। ਤਾਂ 23 ਤਰੀਕ ਤੋਂ ਤੁਸੀਂ ਦੇਖਣਾ ਕਿ ਪ੍ਰਸ਼ਾਸਨਿਕ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਬਦਲਾਅ ਜਿਹੜਾ ਸਾਨੂੰ ਵੇਖਣ ਨੂੰ ਜਿਹੜਾ ਉਹ ਮਿਲ ਸਕਦਾ, ਕਿਉਂਕਿ ਜ਼ਿੰਮੇਵਾਰੀ ਜਿਹੜੀ ਆ ਹੁਣ ਨਿਰਧਾਰਤ ਕੀਤੀ ਜਾਵੇਗੀ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੋਈ ਬੰਦਾ ਕੰਮ ਕਰਾਉਣ ਜਾਂਦਾ, ਉੱਥੇ ਕੋਈ ਅਫਸਰ ਜੇ ਨਹੀਂ ਸੁਣਦਾ ਜਾਂ ਮੰਤਰੀ ਨਹੀਂ ਸੁਣਦਾ ਤਾਂ ਕੁਦਰਤੀ ਤੌਰ ਤੇ ਲੱਗੇ ਨਵਜੋਤ ਸਿੱਧੂ ਦਾ ਕਮਰਾ ਬੰਦਾ ਉਧਰ ਨੂੰ ਹੋ ਜਾਊਗਾ। ਹੁਣ ਉਹ ਗੱਲ ਨਹੀਂ ਹੈਗੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਤਾਂ ਪਹਿਲਾਂ ਕੈਪਟਨ ਸੰਦੀਪ ਸੰਧੂ ਨੂੰ ਮਿਲੋ ਜਾਂ ਦੂਜੇ ਭਰਪਿੰਦਰ ਚਾਹਲ ਨੂੰ ਮਿਲੋ ਜਾਂ ਐਡਵਾਈਜ਼ਰ ਜਿਹੜੇ ਉਹਦੇ ਕਈ ਨਹੀਂ। ਹੁਣ ਤਾਂ ਗੱਲ ਜਿਹੜੀ ਸਿੱਧੀ ਆ, ਹੁਣ ਜਿਹੜੀ ਲੋਕਾਂ ਦੀ ਸਰਕਾਰ ਲੋਕਾਂ ਦੇ ਬੂਹੇ ਤੇ, ਜਾਂ ਲੋਕ ਜਿਹੜੇ ਨੇ ਸਿੱਧਾ ਸਰਕਾਰ ਨੂੰ ਜਾ ਕੇ ਸਵਾਲ ਕਰ ਸਕਣਗੇ। ਤੁਸੀਂ ਇਹ ਵੀ ਦੇਖਣਾ ਕਿ ਜਿਸ ਤਰੀਕੇ ਨਾਲ ਲੋਕ ਇਹਨਾਂ ਵਿਧਾਇਕਾਂ ਨੂੰ ਲੱਗ ਰਿਹਾ ਨਵਜੋਤ ਸਿੰਘ ਸਿੱਧੂ ਦੇ ਕਰਕੇ ਲੋਕੀ ਰੋਹ ਨਾਲ ਕੰਮ ਕਰਾਇਆ ਕਰਨਗੇ। ਲੋਕੀ ਬਿਲਕੁਲ ਲੋਕ ਚਾਹੁੰਦੇ ਵੀ ਇਹੋ ਹੀ ਨੇ, ਕਿਉਂਕਿ ਲੋਕੀ ਤਾਂ ਜਿਸ ਤਰੀਕੇ ਨਾਲ ਆਪਾਂ ਸੁਖਵਿੰਦਰ ਜੀ ਗੱਲ ਕਰ ਰਹੇ ਕਿ ਲੋਕ ਜਿਸ ਤਰੀਕੇ ਨਾਲ ਅੱਜ ਕੱਲ੍ਹ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ, ਇਹ ਵੀ ਗੱਲ ਹੋ ਸਕਦੀ ਜੀ ਕਿ ਜਿਸ ਤਰੀਕੇ ਨਾਲ ਮੰਨ ਲਓ ਜਿਸ ਬੰਦੇ ਨੂੰ ਕੋਈ ਕੰਮ ਨਹੀਂ ਮਿਲਣਾ ਹੈਗਾ ਉਹ ਵੀ ਜਾ ਕੇ ਮੰਤਰੀ ਨੂੰ ਸਵਾਲ ਕਰ ਸਕਦਾ। ਆਰਟੀਆਈ ਤੇ ਚਲੋ ਪਾਉਣ ਦੀ ਬੜੀ ਦੂਰ ਦੀ ਗੱਲ ਆ ਕਿ ਭਾਈ ਸਾਹਿਬ ਇਹ ਦੱਸੋ ਕਿ ਇਹ ਕਦੋਂ ਹੱਲ ਹੋਣਾ, ਕਿ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਕਈਆਂ ਲੋਕਾਂ ਨੇ ਘੇਰ ਕੇ ਸਵਾਲ ਕੀਤੇ, ਤਾਂ ਮੰਤਰੀ ਜਿਹੜੇ ਨੂੰ ਜਿਸ ਤਰੀਕੇ ਨਾਲ ਰਾਜਾ ਵੜਿੰਗ ਦੀ ਜਿਹੜੀ ਪਤਨੀ ਆ ਅਮਰਤਾ ਵੜਿੰਗ ਨੂੰ, ਉਹਨੂੰ ਵੀ ਲੋਕਾਂ ਨੇ ਕਿਸਾਨਾਂ ਨੇ ਘੇਰ ਕੇ ਉਹਨਾਂ ਨੂੰ ਵੀ ਸਵਾਲ ਕੀਤਾ। ਤਾਂ ਉਹੋ ਜਿਹੀ ਜਿਹੜੀਆਂ ਸਥਿਤੀਆਂ ਹੁਣ ਇਹ ਵੀ ਹੋ ਸਕਦਾ ਕਿ ਲੋਕੀ ਆਪਣਾ ਕੰਮ ਤੇ ਕਰਾਉਣਗੇ ਉੱਥੇ ਜਾ ਕੇ ਮੰਤਰੀਆਂ ਨੂੰ ਵੀ ਸਿੱਧੇ ਸਵਾਲ ਕਰਨ ਦੀ ਜਿਹੜੀ ਤਾਕਤ ਆ ਉਹ ਵੀ ਨਵਜੋਤ ਸਿੱਧੂ ਦੇ ਰਾਹੀਂ ਲੋਕਾਂ ਨੂੰ ਜਿਹੜੀ ਮਿਲੀ ਆ, ਔਰ ਲੋਕ ਇਸ ਗੱਲ ਦੀ ਸ਼ਲਾਘਾ ਕਰਨਗੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਨਵਜੋਤ ਸਿੱਧੂ ਦੀ ਇਹ ਜਿਹੜੀ ਕਾਰਵਾਈ ਕਿੱਥੋਂ ਤੱਕ ਪਾਰਟੀ ਨੂੰ ਅਪ ਕਰਦੀ ਹੈ, ਤੱਕ ਚੱਲਦੀ ਹੈ ਜਾਂ ਫਿਰ ਐਂਡ ਤੱਕ, ਜਾਂ ਅਗਲੀ ਸਰਕਾਰ ਦੇ ਵਿੱਚ ਜੇਕਰ ਜਿਵੇਂ ਉਹ ਕਹਿੰਦੇ ਅੱਗੇ ਰਿਪੀਟ ਕਰਨੀ ਆ ਉਹ ਅਗਲੀ ਸਰਕਾਰ ਦੇ ਵਿੱਚ ਵੀ ਇਹੀ ਜਿਹੜਾ ਤਰੀਕਾ ਚੱਲੇਗਾ ਜਾਂ ਫਿਰ ਸਿਰਫ ਵੋਟਾਂ ਤੱਕ ਚੱਲੇਗਾ, ਇਹ ਵੀ ਗੱਲ ਦੇਖਣ ਵਾਲੀ ਹੈ। ਤਾਂ ਫਿਲਹਾਲ ਲਈ ਤੁਸੀਂ ਸਾਡੇ ਨਾਲ ਜਿਹੜੇ ਪ੍ਰੋਫੈਸਰ ਅਣਖੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਗੱਲਬਾਤ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।